Good morning. As we completed how operating system interact with computer system, ਜਿਹੜਾ operating system ਹੈ ਤੁਹਾਨੂੰ ਪਤਾ ਲੱਗ ਗਿਆ ਕਿ ਇੰਟਰਫੇਸ ਪ੍ਰੋਵਾਈਡ ਕਰਦਾ ਹੈ ਯੂਜ਼ਰ ਤੇ ਕੰਪਿਊਟਰ ਦੇ ਵਿੱਚ ਜਾਂ ਹਾਰਡਵੇਅਰ ਦੇ ਵਿੱਚ ਇੰਟਰਫੇਸ ਪ੍ਰੋਵਾਈਡ ਕਰਦਾ ਹੈ ਤੇ ਆਪਰੇਟਿੰਗ ਸਿਸਟਮ ਕਿਵੇਂ ਇੰਟਰੈਕਟ ਕਰਦਾ ਹੈ ਕੰਪਿਊਟਰ ਦੇ ਨਾਲ। ਇਹ ਤਾਂ ਹੋ ਗਿਆ ਇੱਕ ਸੌਫਟਵੇਅਰ ਹੈ, ਕੰਪਿਊਟਰ ਦੇ ਨਾਲ ਕਿਵੇਂ ਇੰਟਰੈਕਟ ਕਰਦਾ ਹੈ, ਕਿੱਦਾਂ ਸਾਨੂੰ ਅਸੈਸਿੰਗ ਦਿੰਦਾ ਹੈ, ਅਸੀਂ ਪ੍ਰਿੰਟ ਕਰਨਾ ਹੈ, ਕੋਈ ਫਾਈਲ ਐਡਿਟ ਕਰਨੀ ਹੈ, ਕੋਈ ਫਾਈਲ ਕ੍ਰੀਏਟ ਕਰਨੀ ਹੈ, ਫੋਲਡਰ ਕ੍ਰੀਏਟ ਕਰਨਾ ਹੈ, ਤਾਂ ਕਿਸ ਤਰੀਕੇ ਨਾਲ ਉਹ ਇੰਟਰੈਕਟ ਕਰਦਾ ਹੈ। ਇੱਕ ਤਾਂ ਹੋ ਗਿਆ ਸਿਸਟਮ ਕਾਲ ਦੇ ਨਾਲ ਕਰਦਾ ਹੈ, ਸਿਸਟਮ ਕਾਲਿੰਗ ਕਰਵਾਉਂਦਾ ਹੈ ਨਾ। ਸਿਸਟਮ ਕਾਲਿੰਗ ਅਸੀਂ ਪੜ੍ਹ ਲਈ ਕਿ ਕਿਹੜੀ ਕਿਹੜੀ ਹੋ ਸਕਦੀ ਹੈ, ਰਾਈਟ। ਉਸ ਤੋਂ ਬਾਅਦ ਆਪਰੇਟਿੰਗ ਸਿਸਟਮ ਕਮਾਂਡ। ਹੁਣ ਇਹ ਤਾਂ ਹੈਗਾ ਕਿ ਅਸੀਂ ਇੱਕ ਕਲਿੱਕ ਕਰਦੇ ਹਾਂ ਅਤੇ ਬੈਕ ਐਂਡ 'ਤੇ ਸਿਸਟਮ ਜਿਹੜੀ ਕਾਲ ਹੋ ਕੇ ਸਾਨੂੰ ਕੰਪਿਊਟਰ ਸਕਰੀਨ ਦੇ ਉੱਪਰ ਰਿਜ਼ਲਟ ਸ਼ੋ ਹੋ ਜਾਂਦਾ ਹੈ। ਬਟ ਸੈਕਿੰਡ ਮੈਥਡ ਇਜ਼ ਐਂਡ ਸੈਕਿੰਡ ਮੈਥਡ ਇਜ਼ ਆਪਰੇਟਿੰਗ ਸਿਸਟਮ ਕਮਾਂਡਸ। ਇੱਕ ਚੀਜ਼ ਹੈ ਕਿ ਇਹ ਜਿਹੜਾ ਇੰਟਰੈਕਸ਼ਨ ਇਹ ਕਮਾਂਡ ਦੇ ਥਰੂ ਵੀ ਹੋ ਸਕਦਾ ਹੈ ਦੈਟ ਕਿ ਅਸੀਂ ਅਗਰ ਕੁਛ ਕ੍ਰੀਏਟ ਕਰਨਾ ਹੈ, ਕੋਈ ਫਾਈਲ ਕ੍ਰੀਏਟ ਕਰਨੀ ਹੈ, ਦੈਨ ਵੀ ਹੈਵ ਟੂ ਰਾਈਟ ਦ ਕਮਾਂਡ, ਵੀ ਹੈਵ ਟੂ ਰਾਈਟ CREAT ਕ੍ਰੀਏਟ। ਠੀਕ ਹੈ, ਤੁਸੀਂ ਡੋਸ ਦੇਖਿਆ ਹੋਏਗਾ, ਡਿਸਕ ਆਪਰੇਟਿੰਗ ਸਿਸਟਮ। ਉਹਦੇ 'ਚ ਕੀ ਹੈ ਲਾਈਕ ਕਮਾਂਡ ਪ੍ਰੋਮਪਟ ਜਿਹੜੀ ਚੀਜ਼ ਹੈ ਤੁਹਾਡੀ ਕਮਾਂਡ ਪ੍ਰੋਮਪਟ, ਅਗਰ ਤੁਸੀਂ ਕਦੀ ਕੀਤਾ ਹੋਵੇ ਬਲੈਕ ਸਕਰੀਨ ਆਉਂਦੀ ਹੈ ਕੰਪਿਊਟਰ 'ਤੇ, ਤਾਂ ਅਸੀਂ ਉੱਥੇ ਹੱਥ ਮਤਲਬ ਕੀਬੋਰਡ ਦੇ ਨਾਲ ਟਾਈਪ ਕਰਕੇ ਅਗਰ ਅਸੀਂ ਕੋਈ ਫਾਈਲ ਖੋਲ੍ਹਣੀ ਹੈ ਉਹਦਾ ਇੰਟਰਫੇਸ ਟੋਟਲੀ ਅਲੱਗ ਹੈ। ਉਹ ਬਲੈਕ ਹੀ ਸਕਰੀਨ ਹੈ, ਜਿਵੇਂ ਤੁਹਾਡਾ ਡੈਸਕਟਾਪ ਦੀ ਸਕਰੀਨ ਹੈ, ਕਲਰਫੁੱਲ ਆਈਕਨਸ ਪਏ ਆ, ਉਹ ਇਸ ਤਰ੍ਹਾਂ ਨਹੀਂ ਹੈ। ਡੋਸ ਦੀ ਤੁਸੀਂ ਹੁਣ ਇੰਟਰਨੈਟ 'ਤੇ ਸਰਚ ਜ਼ਰੂਰ ਕਰਿਓ, ਐਜ਼ ਕਿ ਤੁਸੀਂ ਹੁਣ ਘਰ ਬੈਠੇ ਹੋ, ਜਿਹਨਾਂ ਕੋਲ ਕੰਪਿਊਟਰ ਹੈਗਾ ਅਤੇ ਉਹ ਇੰਟਰਨੈਟ ਦੀ ਹੈਲਪ ਲੈ ਕੇ, ਯੂਟਿਊਬ ਦੀ ਹੈਲਪ ਲੈ ਕੇ ਡੋਸ ਜ਼ਰੂਰ ਖੋਲ੍ਹਿਓ। ਠੀਕ ਹੈ, ਉੱਥੇ ਫਿਰ ਤੁਸੀਂ ਦੇਖੋਗੇ ਕਿ ਕੋਈ ਵੀ ਅਸੀਂ ਫੰਕਸ਼ਨ ਹੈ ਜਿਹੜਾ ਉੱਥੇ ਕਲਿੱਕ ਵਗੈਰਾ ਦਾ ਸਿਸਟਮ ਨਹੀਂ ਹੈ, ਉੱਥੇ ਮਾਊਸ ਵਰਕ ਨਹੀਂ ਕਰੇਗਾ ਤੁਹਾਡਾ ਕਲਿੱਕਿੰਗ ਦਾ ਸਿਸਟਮ। ਉੱਥੇ ਤੁਹਾਡਾ ਕੀਬੋਰਡ ਚੱਲੇਗਾ, ਉੱਥੇ ਸਾਨੂੰ ਕਮਾਂਡ ਲਿਖਣੀਆਂ ਪੈਂਦੀਆਂ ਹੈ ਕਿ ਫਾਈਲ ਕ੍ਰੀਏਟ ਕਰਨੀ ਹੈ, ਫਾਈਲ ਡਿਲੀਟ ਕਰਨੀ ਹੈ, ਫਾਈਲ ਓਪਨ ਕਰਨੀ ਹੈ। ਫਾਈਨ। ਸੋ ਦੂਸਰਾ ਮੈਥਡ ਹੈ ਕਿ ਆਪਰੇਟਿੰਗ ਸਿਸਟਮ ਕਿੱਦਾਂ ਇੰਟਰੈਕਟ ਕਰਦਾ ਹੈ ਸਿਸਟਮ ਦੇ ਨਾਲ, ਕਮਾਂਡ ਦੇ ਰਾਹੀਂ ਕਰਦਾ ਹੈ। Apart from a system call, user may interact with operating system directly by means of operating system commands. For example, if you want to list files in MS-DOS, you invoke dir command. अगर तुसी कोई फाइल कॉल करवानी है, मतलब फाइल ओपन करनी है, then you have to write the dir command. इस तरह बहुत सारी कमांड है। तुसी IP एड्रैस पता करना है, ਉਹਦੀ ਅਲੱਗ ਕਮਾਂਡ ਹੈ। ਹੁਣ ਮੇਰੇ ਮਾਈਂਡ 'ਚ ਥੋੜ੍ਹਾ ਸਕਿਪ ਹੋ ਗਈਆਂ, ਅਦਰਵਾਈਜ਼ ਮੈਂ ਤੁਹਾਨੂੰ ਇੱਥੇ ਬੋਲ ਕੇ ਦੱਸ ਦੇਣਾ ਤਾਂ ਕਿ ਕਿਹੜੀ ਕਿਹੜੀ ਕਮਾਂਡਸ ਹੈ, ਐਜ਼ ਆਈ ਐਮ ਟੀਚਿੰਗ ਦਿਸ ਸਬਜੈਕਟ ਫਸਟ ਟਾਈਮ। ਸੋ ਹੁਣ ਮੇਰੇ ਮਾਈਂਡ ਦੇ ਵਿੱਚ ਕੁਛ ਨਹੀਂ ਹੈ, ਜੋ ਲਗਾਤਾਰ ਪੜ੍ਹਾਉਂਦਾ ਰਹੇ ਉਹਨੂੰ ਤਾਂ ਯਾਦ ਹੀ ਹੁੰਦਾ ਹੈ। ਸੋ ਐਨੀ ਹਾਊ ਥਰਡ ਇਜ਼ ਸ਼ੈਲ, ਬਾਈ ਮੀਨਸ ਆਫ ਸ਼ੈਲ। ਇੱਕ ਹੋ ਗਿਆ ਕਮਾਂਡ ਦੇ ਦੁਆਰਾ ਉਹ ਇੰਟਰੈਕਟ ਕਰਦਾ ਹੈ, ਇੱਕ ਹੋ ਗਿਆ ਸਿਸਟਮ ਕਾਲ ਦੇ ਦੁਆਰਾ, ਥਰਡ ਇਜ਼ ਬਾਏ ਦ ਮੀਨ ਆਫ ਸ਼ੈਲ। ਸ਼ੈਲ ਦੇ ਨਾਲ ਵੀ ਆਪਰੇਟਿੰਗ ਸਿਸਟਮ ਜਿਹੜਾ ਹਾਰਡਵੇਅਰ ਦੇ ਨਾਲ ਇੰਟਰੈਕਟ ਕਰਦਾ ਹੈ। ਸ਼ੈਲ ਇਜ਼ ਅ ਪ੍ਰੋਗਰਾਮ, ਇਹ ਵੀ ਹੈ ਤਾਂ ਸਾਰਾ ਕੁਛ ਪ੍ਰੋਗਰਾਮ ਹੀ ਹੈ, ਸਾਰੇ ਸੌਫਟਵੇਅਰ ਹੀ ਹੈ ਸਾਰੇ। ਮੀਨਸ ਸੌਫਟਵੇਅਰ ਇਜ਼ ਜਿਹਦੇ 'ਚ ਪ੍ਰੋਗਰਾਮਿੰਗ ਕੀਤੀ ਹੁੰਦੀ ਆ, ਕੋਡ ਲਿਖੇ ਹੁੰਦੇ ਆ। ਸੋ ਸ਼ੈਲ ਇਜ਼ ਅ ਪ੍ਰੋਗਰਾਮ ਦੈਟ ਹੈਂਡਲਜ਼ ਯੂਜ਼ਰ ਇਨਪੁਟ ਐਂਡ ਆਊਟਪੁੱਟ। ਸ਼ੈਲ ਕਿਆ ਇੱਕ ਪ੍ਰੋਗਰਾਮ ਹੈ, ਉਹੀ ਸੇਮ ਮਤਲਬ ਜਿਹਦੇ ਨਾਲ ਯੂਜ਼ਰ ਦੀ ਇਨਪੁਟ ਆਊਟਪੁੱਟ ਹੈਂਡਲ ਹੁੰਦੀ ਹੈ। ਇਹ ਵੀ ਉਹੀ ਚੀਜ਼ ਹੈ, ਇਨਪੁਟ ਆਊਟਪੁੱਟ ਹੈਂਡਲ ਹੁੰਦੀ ਹੈ ਯੂਜ਼ਰ ਦੀ। ਸ਼ੈਲ ਵੀ ਇੱਕ ਇੱਦਾਂ ਦਾ ਪ੍ਰੋਗਰਾਮ ਹੈ। ਇਹਦੇ 'ਚ ਕਿਆ ਹੁੰਦਾ, ਇਹਦੇ 'ਚ ਕਮਾਂਡ ਹੋ ਗਿਆ, ਉਹਦੇ 'ਚ ਕਾਲਸ ਹੋ ਗਈਆਂ। ਇਹਦੇ 'ਚ ਕਿਆ ਹੁੰਦੀਆਂ, ਰੂਟੀਨਸ ਹੁੰਦੀਆਂ। ਹੁਣ ਰੂਟੀਨਸ ਕਿਹਨਾਂ ਨੂੰ ਕਹਿੰਦੇ ਆ, ਸੀਕੁਐਂਸ ਆਫ ਕੋਡ ਨੂੰ ਕਹਿੰਦੇ ਆ। ਸਿੰਪਲ 10 ਲਾਈਨਾਂ ਦਾ ਕੋਡ ਲਿਖਿਆ ਹੋਇਆ, ਠੀਕ ਹੈ, ਉਹ ਕਿਆ ਹੋਊਗੀ, ਇੱਕ ਰੂਟੀਨ ਬਣ ਗਈ। ਮੀਨਸ ਤੁਸੀਂ ਕਹਿ ਲਓ ਕਿ ਇੱਕ ਪ੍ਰੋਗਰਾਮ ਨੂੰ ਆਪਾਂ ਰੂਟੀਨ ਕਹਿ ਦਿੰਦੇ। ਰੂਟੀਨ ਜ਼ਰਾ ਛੋਟੀ ਹੁੰਦੀ ਹੈ ਅਤੇ ਪ੍ਰੋਗਰਾਮ ਤੁਹਾਡੇ ਵੱਡੇ ਹੁੰਦੇ ਹੈ। ਇਟ ਪ੍ਰੋਵਾਈਡਸ ਰੂਟੀਨਸ ਫॉर ਹੈਂਡਲਿੰਗ ਯੂਜ਼ਰ ਇਨਪੁਟ from keyboard or mouse, as well as routines also used for displaying the information. ठीक है, so what is shell is a program that handles user input and output, ਜਿਹੜਾ यूज़र ਦੀ इनपुट आउटपुट हैंडल करता है। इट प्रोवाइड्स, ਤੁਸੀਂ ਉਸ ਅਕॉर्डिंग देखिए जिस अकॉर्डिंग मैं बोल रही हूँ, डोंट गो विद दिस sentence. It provides routines for handling user input and output, user input from keyboard user. It provides routines, ਇਹ routine provide ਕਰਦੀ ਹੈ for handling user input from keyboard
ਔਰ ਮਾਊਸ, ਕੀਬੋਰਡ ਮਾਊਸ ਦੇ ਨਾਲ ਹੀ ਇਨਪੁਟ ਜਾਂਦੀ ਹੈ, ਸੋ ਦੈਟਸ ਵਾਈ ਇੱਥੇ ਆਊਟਪੁੱਟ ਨਹੀਂ ਲਿਖਿਆ। ਫॉर हैंडलिंग यूज़र इनपुट from keyboard or mouse and it also used for displaying information on the terminal screen. So where we were, okay, it provides the routines for handling user input from keyboard or mouse, and it also provides routines for displaying information. ठीक है। So in program called command.com was a shell in MS-DOS. MS-DOS ਦੇ ਵਿੱਚ ਜਿਹੜਾ ਸ਼ੈਲ ਵਰਕ ਕਰਦਾ ਹੈ, ਹੁਣ MS-DOS ਮੈਂ ਤੁਹਾਨੂੰ ਇੱਥੇ ਦੱਸਿਆ ਸੀਗਾ ਕਿ ਕਮਾਂਡ ਅਸੀਂ ਲਿਖਦੇ ਹਾਂ ਅਤੇ ਕਮਾਂਡ ਦੇ ਨਾਲ ਸਾਡੀ ਫਾਈਲਸ ਓਪਨ ਡਿਲੀਟ ਹੋ ਜਾਂਦੀ ਹੈ, ਫੈਚ ਹੋ ਜਾਂਦੀ ਹੈ ਫਾਈਲਸ। ਅਤੇ MS-DOS ਦੇ ਵਿੱਚ ਜਿਹੜਾ ਪ੍ਰੋਗਰਾਮ ਵਰਕ ਕਰਦਾ ਹੈ, ਦੈਟ ਇਜ਼ in program called command.com was a shell in MS-DOS. command.com ਐਜ਼ ਅ ਸ਼ੈਲ ਵਰਕ ਕਰਦਾ ਹੈ ਉੱਥੇ। ਇਨ ਵਿੰਡੋਜ਼ 98 NT ਜਾਂ ਜਿਹੜੀਆਂ ਹੁਣ ਵਿੰਡੋਜ਼ ਆਉਂਦੀਆਂ ਅੱਜ ਕੱਲ੍ਹ, ਸ਼ੈਲ ਇਜ਼ ਸਟਿਲ ਪ੍ਰੈਜੈਂਟ। ਦਿਸ ਇਟ ਇਜ਼ ਆਲਸੋ ਕਾਲਡ ਕਮਾਂਡ ਪ੍ਰੋਮਪਟ। ਹੁਣ ਜਿਹੜਾ ਅੱਜ ਕੱਲ੍ਹ ਸਾਡੇ ਕੋਲ ਸਕਰੀਨ ਅਸੀਂ ਜਿੱਦਾਂ ਖੋਲ੍ਹਦੇ ਹਾਂ, ਦੈਟ ਇਜ਼ ਥਰੂ ਦਾ ਕਮਾਂਡ ਪ੍ਰੋਮਪਟ ਉੱਥੇ ਲਿਖਿਆ ਹੁੰਦਾ ਹੈ। ਤੁਸੀਂ ਸਭ ਨੇ ਇਹ ਕਦੀ ਨਾ ਕਦੀ ਤਾਂ ਦੇਖੀ ਹੋਏਗੀ। ਐਂਡ ਯੂ ਰਨ ਇਟ ਬਾਈ ਐਕਸੈਸਿੰਗ ਦਾ ਕਮਾਂਡਸ ਪ੍ਰੋਮਪਟ ਆਈਕਨ। ਅੱਛਾ, ਰੂਟੀਨਸ ਕਿਆ ਹੁੰਦੀ ਹੈ? ਇਟਸ ਅ ਸੀਕੁਐਂਸ ਆਫ ਕੋਡ। ਮੈਂ ਤੁਹਾਨੂੰ ਦੱਸ ਦਿੱਤਾ ਹੈ। ਹੋਰ ਸਾਡੇ ਆਪਰੇਟਿੰਗ ਸਿਸਟਮ ਕਿਹੜੇ ਕਿਹੜੇ ਹੈ? ਮੈਂ ਤੁਹਾਨੂੰ ਦੱਸਿਆ ਤਾਂ ਕਿ ਇੱਕ ਲਾਈਨੈਕਸ ਹੁੰਦਾ ਹੈ ਜਿਹੜਾ ਕੰਪਨੀਜ਼ ਦੇ ਵਿੱਚ ਯੂਜ਼ ਕਰਦੇ ਹਾਂ। ਯੂਨਿਕਸ ਆਪਰੇਟਿੰਗ ਸਿਸਟਮ ਹੈ, ਅਤੇ ਅਸੀਂ ਯੂਜ਼ ਕਰਦੇ ਹਾਂ ਵਿੰਡੋਜ਼ ਆਪਰੇਟਿੰਗ ਸਿਸਟਮ ਹੈ। iOS ਆਈਫੋਨ ਦੇ ਵਿੱਚ ਯੂਜ਼ ਕਰਦੇ ਆ, ਦੈਟ ਇਜ਼ ਆਪਰੇਟਿੰਗ ਸਿਸਟਮ। ਠੀਕ ਹੈ। ਇਹ ਤਾਂ ਹੋ ਗਿਆ ਵਿੰਡੋਜ਼ ਦੇ ਵਿੱਚ ਕਿਹੜਾ ਸ਼ੈਲ ਆਪਾਂ ਯੂਜ਼ ਕਰਦੇ ਹਾਂ, ਦੈਟ ਇਜ਼ ਕਮਾਂਡ ਪ੍ਰੋਮਪਟ। MS-DOS ਦੇ ਅੰਦਰ command.com। ਸੋ ਲਾਈਨੈਕਸ ਯੂਨਿਕਸ ਦੇ ਵਿੱਚ ਵੀ ਕੋਈ ਨਾ ਕੋਈ ਸ਼ੈਲ ਹੋਏਗਾ। ਯੂਨਿਕਸ ਦੇ ਵਿੱਚ ਕਿਹੜਾ ਸ਼ੈਲ ਹੈ? ਯੂਨਿਕਸ ਸ਼ੈਲ ਇਜ਼ ਕਾਲਡ ਦਾ ਬੌਰਨ ਸ਼ੈਲ ਐਂਡ is a program called SSH dot. There are Unix shell, ਹੋਰ ਵੀ Unix shell ਹੁੰਦੇ ਆ, notably the corn shell and the C shell। ਠੀਕ ਹੈ। Unix ਦੇ ਵਿੱਚ ਇਹ ਵਾਲੇ ਦੋ ਸ਼ੈਲ ਵਰਕ ਕਰਦੇ ਆ। ਨੈਕਸਟ ਇਜ਼ this interface is commonly called shell or ਇਹਨੂੰ command line interpreter ਵੀ ਕਹਿੰਦੇ ਆ। In some system this might be simple text mode or line by line entry using keyboard such as MS-DOS, nothing। ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਟੋਪਿਕ ਆਉਂਦਾ ਹੈ, ਦੈਟ ਇਜ਼ ਫੰਕਸ਼ਨਸ ਆਫ ਐਨ ਆਪਰੇਟਿੰਗ ਸਿਸਟਮ। ਇੰਪੋਰਟੈਂਟ ਆਪਰੇਟਿੰਗ ਸਿਸਟਮ ਦੇ ਕਿਹੜੇ ਕਿਹੜੇ ਫੰਕਸ਼ਨ ਹੈ, ਐਜ਼ ਯੂ ਆਲਰੇਡੀ ਮਤਲਬ ਪੜ੍ਹ ਵੀ ਚੁੱਕੇ ਆ ਕਿ ਸਾਰਾ ਕੁਛ ਜਿੰਨੀ ਵੀ ਰਿਸੋਰਸ ਮੈਨੇਜਮੈਂਟ ਹੈ, ਮੈਮਰੀ ਮੈਨੇਜਮੈਂਟ ਹੈ, ਕਿਹਨੂੰ ਕਿਹੜੀ ਅਸੈਸਿੰਗ ਦੇਣੀ ਹੈ, ਕਿਹੜੀ ਇੰਸਟਰਕਸ਼ਨ ਕਦੋਂ ਚੱਲਣੀ ਹੈ, ਕਿਹੜਾ ਪ੍ਰੋਗਰਾਮ ਕਦੋਂ ਚੱਲਣਾ ਹੈ, ਕਦੋਂ ਉਹਨੂੰ ਰੋਕਣਾ ਹੈ, ਕਦੋਂ ਉਹਨੂੰ ਦੁਬਾਰਾ ਸਟਾਰਟ ਕਰਨਾ ਹੈ, ਕਿਹਨੂੰ ਕਿਹੜਾ ਰਿਸੋਰਸ ਕਦੋਂ ਦੇਣਾ ਹੈ। ਪ੍ਰਿੰਟਰ ਦੇ ਅਗਰ ਕਿਸੇ ਨੇ ਪ੍ਰਿੰਟਰ ਦੀ ਡਿਮਾਂਡ ਕੀਤੀ ਹੈ ਤਾਂ ਉਹਨੂੰ ਪ੍ਰਿੰਟਰ ਕਦੋਂ ਅਸੈਸਿੰਗ ਦੇਣੀ ਹੈ। ਕਿਸੇ ਨੇ ਕੋਈ ਫਾਈਲ ਓਪਨ ਕਰਨੀ ਹੈ ਅਤੇ ਉਹਨੂੰ ਮੈਮਰੀ ਦੀ ਅਸੈਸਿੰਗ ਕਦੋਂ ਦੇਣੀ ਹੈ, ਉਹਨੂੰ ਡਿਸਪਲੇ ਕਦੋਂ ਕਰਾਉਣਾ ਹੈ। ਐਵਰੀਥਿੰਗ ਇਜ਼ ਡਨ ਬਾਈ ਦਾ ਆਪਰੇਟਿੰਗ ਸਿਸਟਮ। ਸੋ ਵੀ ਹੈਵ ਟੂ ਰਾਈਟ ਵਿਦ ਦ ਟੈਕਨੀਕਲ ਵਰਡਸ। ਇਹ ਜਸਟ ਪਹਿਲੇ 3 ਪੜ੍ਹ ਲਓ ਕਿ ਕਨਵੀਨੀਅੰਸ ਹੈ। ਇਹ ਆਪਰੇਟਿੰਗ ਸਿਸਟਮ ਹੈ ਜਿਹੜਾ ਕਨਵੀਨੀਅੰਟ ਬਣਾਉਂਦਾ ਹੈ, ਕਿਉਂਕਿ ਇਹਦੇ ਨਾਲ ਹੀ ਅਸੀਂ ਕੰਪਿਊਟਰ ਨੂੰ ਯੂਜ਼ ਕਰ ਪਾਉਂਦੇ ਹਾਂ। ਐਂਡ OS ਮੇਕਸ ਅ ਕੰਪਿਊਟਰ ਮੋਰ ਕਨਵੀਨੀਅੰਟ, ਈਜ਼ੀ ਯੂਜ਼ ਬਣਾਉਂਦਾ, ਸਾਨੂੰ ਐਫੀਸ਼ੀਐਂਸੀ ਦਿੰਦਾ ਹੈ। ਐਂਡ OS ਅਲਾਊਜ਼ ਅ ਕੰਪਿਊਟਰ ਸਿਸਟਮ ਟੂ ਬੀ ਯੂਜ਼ਡ ਇਨ ਐਫੀਸ਼ੀਐਂਟ ਮੈਨਰ। ਇਹ ਨਹੀਂ ਹੈ ਕਿ ਉਹਨਾਂ ਦੀ ਆਪਸ 'ਚ ਹੈ ਨਾ ਖਿਚਪਿਚਾਉਣੀ ਸ਼ੁਰੂ ਹੋ ਜਾਏ ਕਿ ਨਹੀਂ ਪਹਿਲੇ ਪ੍ਰਿੰਟਰ ਮੈਂ ਯੂਜ਼ ਕਰਨਾ ਹੈ, ਮਤਲਬ ਕੋਰਸ ਦੀ ਖਿਚਪਿਚ। ਹੁਣ ਇੱਥੇ ਯੂਜ਼ਰ ਨਹੀਂ ਹੈ ਕਿ ਉਹਨਾਂ ਨੇ ਆਪਸ 'ਚ ਲੜਨਾ ਹੈ ਅੰਦਰ। ਜਸਟ ਮੈਂ ਤਾਂ ਵੈਸੇ ਹੀ ਐਗਜ਼ਾਮਪਲ ਤੁਹਾਨੂੰ ਦੇ ਰਹੀ ਹਾਂ ਕਿ ਪ੍ਰੋਗਰਾਮ ਵੀ ਆਪਸ 'ਚ ਲੜ ਸਕਦੇ ਆ ਨਾ ਕਿ ਮੈਨੂੰ ਪ੍ਰਿੰਟਰ ਪਹਿਲੇ ਚਾਹੀਦਾ ਹੈ, ਮੈਨੂੰ ਸਕੈਨਰ ਪਹਿਲੇ ਚਾਹੀਦਾ ਹੈ, ਮੈਨੂੰ ਮੈਮਰੀ ਦੀ ਅਸੈਸਿੰਗ ਪਹਿਲੇ ਚਾਹੀਦੀ ਹੈ। ਸੋ ਐਫੀਸ਼ੀਐਂਟਲੀ ਮੈਨੇਜ ਕਰਦਾ ਹੈ ਆਪਰੇਟਿੰਗ ਸਿਸਟਮ ਸਾਰੇ ਰਿਸੋਰਸਿਸ ਨੂੰ। ਐਬਿਲਿਟੀ ਟੂ ਇਵੋਲਵ ਐਨ OS ਸ਼ੁੱਡ ਬੀ ਕੰਸਟਰਕਟਡ ਇਨ ਸੱਚ ਅ ਵੇ ਐਜ਼ ਟੂ ਪਰਮਿਟ ਦਾ ਇਫੈਕਟਿਵ ਡਿਵਲਪਮੈਂਟ, ਟੈਸਟਿੰਗ ਐਂਡ ਇੰਟਰੋਡਕਸ਼ਨ ਆਫ ਅ ਨਿਊ ਸਿਸਟਮ ਫੰਕਸ਼ਨ। ਬਟ ਇਹਦੇ ਫੰਕਸ਼ਨ ਅਸੀਂ ਇੰਨੇ ਨਹੀਂ ਕਰਨੇ, ਅਕੋਰਡਿੰਗ ਟੂ 10 ਮਾਰਕ ਕੁਐਸਚਨ ਕਰਨਾ ਹੈ। ਫਸਟ ਹੋ ਗਿਆ ਪ੍ਰੋਗਰਾਮ ਡਿਵਲਪਮੈਂਟ ਦੇ ਵਿੱਚ ਹੈਲਪ ਕਰਦਾ ਹੈ, ਪ੍ਰੋਗਰਾਮ ਐਗਜ਼ੀਕਿਊਟ ਕਰਵਾਉਂਦਾ ਹੈ, ਇਨਪੁਟ ਆਊਟਪੁੱਟ ਡਿਵਾਈਸਿਸ ਨੂੰ ਅਸੈਸਿੰਗ ਪ੍ਰੋਵਾਈਡ ਕਰਦਾ ਹੈ। ਸਮਝ ਆ ਗਿਆ ਨਾ, ਉਹੀ ਚੀਜ਼ ਹੈ ਰਿਸੋਰਸਿਸ ਦੀ ਅਸੈਸਿੰਗ, ਪ੍ਰੋਗਰਾਮ ਦੀ ਐਗਜ਼ੀਕਿਊਸ਼ਨ। ਤੁਹਾਨੂੰ ਪਹਿਲਾਂ ਹੀ ਉੱਧਰ ਬੋਲ ਕੇ ਦੱਸ ਚੁੱਕੀ ਹਾਂ ਵੈਸੇ। ਅ ਨੰਬਰ ਆਫ ਸਟੈਪ ਨੀਡ ਟੂ ਬੀ ਪਰਫੋਰਮ ਟੂ ਐਗਜ਼ੀਕਿਊਟ ਏ ਪ੍ਰੋਗਰਾਮ। ਇੱਕ ਪ੍ਰੋਗਰਾਮ ਜਦੋਂ ਚੱਲਦਾ ਤਾਂ ਉਹ 'ਚ ਕਿੰਨੇ ਸਾਰੇ ਸਟੈਪਸ ਹੁੰਦੇ ਹੈ। ਇੰਸਟਰਕਸ਼ਨਸ ਐਂਡ ਡਾਟਾ ਮਸਟ ਬੀ ਲੋਡਡ ਇਨ ਟੂ ਮੈਮਰੀ।
ਤੇ ਜਦੋਂ ਪ੍ਰੋਗਰਾਮ ਚੱਲਦਾ ਹੈ ਤਾਂ ਜਿੰਨਾ ਵੀ ਇੰਸਟਰਕਸ਼ਨਸ ਹੈ, ਜਿੰਨਾ ਵੀ ਡਾਟਾ ਹੈ, ਉਹ ਮੈਮਰੀ ਦੇ ਵਿੱਚ ਲੋਡ ਹੋਣਾ ਜ਼ਰੂਰੀ ਹੈ, ਤਾਂ ਹੀ ਕੋਈ ਪ੍ਰੋਗਰਾਮ ਚੱਲੇਗਾ। ਇਨਪੁਟ ਆਊਟਪੁੱਟ ਐਂਡ ਫਾਈਲਸ ਮਸਟ ਬੀ ਇਨੀਸ਼ੀਅਲਾਈਜ਼ਡ। ਜਦੋਂ ਪ੍ਰੋਗਰਾਮ ਚੱਲਦਾ ਹੈ ਤਾਂ ਇਨਪੁਟ ਆਊਟਪੁੱਟ ਡਿਵਾਈਸ ਨੂੰ ਵੀ ਰੈਡੀ ਰਹਿਣਾ ਪੈਂਦਾ ਹੈ, ਕਿਉਂਕਿ ਆਊਟਪੁੱਟ ਵੀ ਆਉਣੀ ਹੁੰਦੀ ਹੈ ਮੋਨੀਟਰ ਦੇ ਉੱਪਰ, ਠੀਕ ਹੈ। ਅਤੇ ਫਾਈਲਸ ਦੇ ਵਿੱਚ ਡਾਟਾ ਸਟੋਰ ਹੋਣਾ ਹੈ ਅਤੇ ਉਹ ਸਾਰਾ ਕੁਛ ਇਨੀਸ਼ੀਅਲਾਈਜ਼ ਕਰਨਾ ਹੁੰਦਾ ਹੈ। ਐਂਡ ਅਦਰ ਰਿਸੋਰਸ ਮਸਟ ਬੀ ਪ੍ਰੀਪੇਅਰਡ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕੋਈ ਪ੍ਰੋਗਰਾਮ ਚੱਲਦਾ ਹੈ ਤਾਂ ਐਵਰੀਥਿੰਗ ਸ਼ੁੱਡ ਬੀ ਰੈਡੀ, ਠੀਕ ਹੈ। ਬੈਕ ਐਂਡ 'ਤੇ ਚੱਲਦਾ ਹੈ, ਅਸੀਂ ਤਾਂ ਕਲਿੱਕ ਕਰਦੇ ਹਾਂ, ਸਾਨੂੰ ਤਾਂ ਆਊਟਪੁੱਟ ਸ਼ੋ ਹੋ ਜਾਂਦੀ ਹੈ, ਬਟ ਇਨਸਾਈਡ ਕਿਆ ਹੈ, ਮੋਨੀਟਰ ਤਿਆਰ ਰਹਿੰਦਾ ਹੈ ਆਊਟਪੁੱਟ ਸ਼ੋ ਕਰਨ ਨੂੰ, ਮੇਨ ਮੈਮਰੀ ਤਿਆਰ ਰਹਿੰਦੀ ਹੈ ਤੁਹਾਡੀ ਆਊਟਪੁੱਟ ਸਟੋਰ ਕਰਨ ਦੇ ਲਈ, ਠੀਕ ਹੈ। ਰਿਸੀਵ ਕਰਨ ਦੇ ਲਈ ਡਿਵਾਈਸਿਸ ਤਿਆਰ ਰਹਿੰਦੀਆਂ ਹੈ। ਸੋ ਇਹ ਸਾਰਾ ਕੁਛ, ਸਾਰੀ ਸਕੈਡਿਊਲਿੰਗ ਹੈ ਜਿਹੜੀ ਕੌਣ ਮੈਨੇਜ ਕਰਦਾ ਹੈ? OS ਕਰਦਾ ਹੈ। OS ਹੈਂਡਲ ਦੀ ਸਕੈਡਿਊਲਿੰਗ ਡਿਊਟੀਜ਼ ਫॉर द यूज़र, ठीक है। सिमिलरली प्रोग्राम डेवलपमेंट है, सिमिलरली असेस टू IO डिवाइसेस है, ठीक है। इनपुट आउटपुट डिवाइसेस की एक्सेसिंग कंट्रोल असेस टू फाइल्स, ये भी मैनेज करता है फॉर फाइल असेस। OS मस्ट रिफ्लेक्ट डिटेल अंडरस्टैंडिंग ऑफ नॉट ओनली द नेचर ऑफ iOS, बट ये पढ़ लियो। सिस्टम असैसिंग भी प्रोवाइड करता है, एरर डिटेक्शन एंड रिस्पॉन्स, सानू सिस्टम के उपर मैसेज भी शो हो जाते, कोई फाइल नहीं ओपन होंगी, सिस्टम हैंग हो जाता है तो भी है ना वो शो करता है कोई ना कोई डायलॉग बॉक्स, या कोई फाइल करप्ट होगी, ओपन नहीं होएगी तो उत्थे जो भी एरर मैसेज सब कुछ होएगा तो वो भी OS दे करके ही होंदा, एरर डिटेक्शन एंड रिस्पॉन्स, ठीक है। अकाउंटिंग परपज़, बाकी होर तुसीं इंटरनेट तो होर ईजी वाले परपज़ भी पढ़ सकते हो। उस तो बाद ऑपरेटिंग सिस्टम एज इज़ अ रिएक्टिव प्रोग्राम, जस्ट वैसे ही है। इज़ अ रिएक्टिव प्रोग्राम का क्या मतलब है कि असीं कोई कमांड दिंदे हैं तो ऑपरेटिंग सिस्टम जिहड़ा रिएक्ट करता है, जस्ट वैसे ही इन्होंने दिता होया टॉपिक, ऑपरेटिंग सिस्टम इज़ अ रिएक्टिव प्रोग्राम, ओके। सो यू कैन रीड हियर। उस तो बाद ऑपरेटिंग सिस्टम एज अ रिसोर्स मैनेजर, ये पढ़ सकते हो तुसीं, दिस इज़ ऑल्सो इन द सिलेबस। ऑपरेटिंग सिस्टम एज अ रिसोर्स मैनेजर क्या है, हुण मैं तुहानूं अगेन एंड अगेन रिपीट करता है। रिसोर्सिस किहड़े हुंदे आ, तुहाडे कीबोर्ड, माउस, मोनीटर, तुहाडा प्रिंटर, स्कैनर, तुहाडी हार्ड डिस्क, तुहाडी मैमरी, ये सारे क्या है रिसोर्सिस है। तो ऑपरेटिंग सिस्टम डेफिनेटली इन्हों भी मैनेज करता है, तो तुसीं उही चीज़ लिखनी है, हाउ ऑपरेटिंग सिस्टम मैनेज रिसोर्स, ऑपरेटिंग सिस्टम एज अ रिसोर्स मैनेजर, किद्दां एक मैनेजर की तरह एक्ट करता है ना बाकियों के लिए। मैमरी कंट्रोलर, वीडियो कंट्रोलर, रैम है तो मैमरी कंट्रोलर, मोनीटर है तो मोनीटर के उपर वीडियो फोटोज़ डिस्पले होनी है, वीडियो कंट्रोलर, कीबोर्ड के लिए कीबोर्ड कंट्रोलर, फ्लॉपी डिस्क कंट्रोलर, हार्ड डिस्क कंट्रोलर, होर अगे किसी ने कुछ लिखना हो तो लिख लियो, ठीक है जी। सो ये तुसीं लिख लैने है कि स्कैड्यूलिंग करता है उन्होंने किस टाइम केड़ी रिसोर्स किनू चाहिए है, वो सारा कुछ लिख लेना है। इट इज़ अ रिसोर्स एलोकेट करता है कि प्रोसैस किनू कदों रिसोर्स चाहिए है। मैनी हार्डवेयर एंड सॉफ्टवेयर नीड टू पढ़ लियो। वन ऑफ द मेन फीचर ऑपरेटिंग सिस्टम इज़ सपोर्ट ऑफ मल्टी प्रोग्रामिंग। हुण ये नहीं हुंदा कि असीं इधर मोनीटर ते असीं कोई वीडियो चलाई हुई है तो नाल दी नाल कि मैं कोई फाइल ना ओपन कर पावां, एक टाइम तो मैं एक काम तो नहीं करती, उधर मैं कीबोर्ड के नाल टाइप भी कर रही हुंदी है, उधर मैं कोई वीडियो भी चलाई हुंदी है। स्क्रीन छोटी कर लो तो चाहे 10-50 स्क्रीनस खोल लो, है ना, विच ही तुसीं कोई 10 फाइल्स खोल लो, एक वीडियो खोल लो, एक यूट्यूब खोल लो, एक गूगल क्रोम का अलग, जिन्ने मर्जी खोल लो। दैट इज़ इट ऑल्सो सपोर्ट मल्टी प्रोग्राम। तुसीं ये देखो कि हाउ OS मैनेज एवरीथिंग। तुसीं 50 फाइल्स खोल लो ਤਾਂ ਵੀ ਤੁਹਾਡਾ ਆਪਰੇਟਿੰਗ ਸਿਸਟਮ ਹੈ ਜਿਹੜਾ ਉਹ ਇੱਕ ਫਾਈਲ ਦੇ ਵਿੱਚ ਤੁਸੀਂ ਐਡੀਟਿੰਗ ਕਰ ਲਈ, ਦੂਸਰੀ ਉੱਧਰ ਖੋਲੀ, ਉੱਧਰ ਕੁਛ ਲਿਖਿਆ, ਤੀਸਰੀ ਫਾਈਲ ਓਪਨ ਕਰ ਲਈ, ਉਹਨੂੰ ਡਿਲੀਟ, ਉਹਦੇ 'ਚ ਕੁਛ ਕੰਟੈਂਟ ਡਿਲੀਟ ਕਰਤਾ, ਫੋਰਥ ਫਾਈਲ ਓਪਨ ਹੈ ਤੁਹਾਡੀ, ਉਹਦੇ 'ਚ ਤੁਸੀਂ ਫਟਾਫਟ ਚੇਂਜਸ ਕਰ ਰਹੇ ਹੋ, ਸਿਕਸਥ ਫਾਈਲ ਓਪਨ ਹੈ, ਉਹਦੇ 'ਚ ਕੁਛ ਐਡ ਕਰ ਲਿਆ, ਸੈਵਨਥ ਓਪਨ ਹੈ, ਉਹਦੇ 'ਚ ਕੁਛ ਕਰ ਲਿਆ, ਉਧਰ ਤੁਸੀਂ ਕਰੋਮ ਓਪਨ ਕਰ ਲਿਆ, ਉਹਦੇ 'ਚ ਵੀਡੀਓ ਪਲੇ ਕਰ ਲਈ। ਤਾਂ ਜਿੰਨੀ ਤੁਹਾਡੀ ਸਪੀਡ ਹੈ ਉਸ ਤੋਂ ਜ਼ਿਆਦਾ ਹੀ ਸਪੀਡ ਹੋਈ ਕੰਪਿਊਟਰ ਦੀ, ਕਿਉਂਕਿ ਉਹ ਤੁਹਾਨੂੰ ਨਾਲ ਦੀ ਨਾਲ ਸਾਰੀ ਆਊਟਪੁੱਟ ਪ੍ਰੋਵਾਈਡ ਕਰਦਾ ਹੈ। ਸੋ ਆਈ ਹੋਪ ਯੂ ਅੰਡਰਸਟੈਂਡ ਹਾਊ ਫਾਸਟ ਇਜ਼ ਦਾ ਆਪਰੇਟਿੰਗ ਸਿਸਟਮ ਵਰਕਸ, ਠੀਕ ਹੈ। ਸਾਡੇ ਕੰਪਿਊਟਰ ਤਾਂ ਹੈਂਗ ਹੋ ਜਾਂਦੇ ਆ ਕਿਉਂਕਿ ਸਾਡੀ ਰੈਮ ਜਿਹੜੀ ਹੈ ਘੱਟ ਹੁੰਦੀ ਹੈ।
ਰੋਮ ਦਾ ਕੰਸੈਪਟ ਹੈ, ਜਿੰਨਾ ਵੱਡਾ ਤੁਸੀਂ ਸਿਸਟਮ ਲੈ ਲਓਗੇ ਉਨੀਆਂ ਫਾਈਲ ਤੁਸੀਂ ਜ਼ਿਆਦਾ ਖੋਲ ਸਕਦੇ ਹੋ, ਉਨਾ ਜ਼ਿਆਦਾ ਫਾਸਟ ਸਪੀਡ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ। ਰੈਮ ਅਸੀਂ ਵੱਧ ਤੋਂ ਵੱਧ 4 GB ਦੀ ਲੈ ਲੈਂਦੇ, ਕੰਪਿਊਟਰ ਦੇ ਵਿੱਚ 2 ਦੀ ਤਾਂ ਹੁਣ ਰਹੀ ਨਹੀਂ ਗੱਲ। ਫੋਨ 'ਤੇ ਵੀ ਅਸੀਂ 8-8 GB ਯੂਜ਼ ਕਰਦੇ ਹਾਂ, 16-16 GB ਯੂਜ਼ ਕਰਦੇ ਹਾਂ ਰੈਮ, ਹੈ ਨਾ। ਅਤੇ ਹਾਰਡ ਡਿਸਕ ਤਾਂ ਸਾਡੀ ਤੁਹਾਨੂੰ ਪਤਾ 132 GB ਫੋਨਾਂ ਦੇ ਵਿੱਚ, ਅਤੇ ਕੰਪਿਊਟਰ ਦੇ ਵਿੱਚ ਅਸੀਂ 250 GB ਵੀ ਹੁਣ ਕੋਈ ਨਹੀਂ ਰੱਖਦਾ, ਹੁਣ ਤਾਂ 500 GB ਵਾਲੀ ਗੱਲ ਹੈ, 500 GB ਔਰ 1 TB ਹਾਰਡ ਡਿਸਕ, ਕਿਉਂਕਿ ਅਸੀਂ ਜਿੰਨਾ ਜ਼ਿਆਦਾ ਡਾਟਾ ਪਰਮਾਨੈਂਟਲੀ ਸਟੋਰ ਕਰਨਾ ਹੈ ਦੈਟ ਇਜ਼ ਹਾਰਡ ਡਿਸਕ, ਠੀਕ ਹੈ, ਉਹਦੇ 'ਚ ਹੋਏਗਾ। ਅਤੇ ਰੈਮ ਰੋਮ ਦਾ ਕਿਆ ਕੰਸੈਪਟ ਆ ਤੁਹਾਡਾ? ਇਹਦੇ ਨਾਲ ਸਾਡੇ ਸਿਸਟਮ ਦੀ ਸਪੀਡ ਤੇਜ਼ ਹੁੰਦੀ ਹੈ, ਜਿਹੜੀਆਂ ਫਾਈਲਸ ਅਸੀਂ ਬਾਰ-ਬਾਰ ਅਸੈਸ ਕਰ ਰਹੇ ਹੁੰਦੇ ਹਾਂ, ਫਟਾਫਟ ਐਕਸੈਸ ਕਰ ਰਹੇ ਹਾਂ, ਉਹ ਟੈਂਪਰੇਰੀ ਰੈਮ ਦੇ ਵਿੱਚ ਸਟੋਰ ਹੋ ਜਾਂਦੀਆਂ ਹੈ, ਠੀਕ ਹੈ। ਜਿਵੇਂ ਹੁਣ ਮੈਂ 10 ਫਾਈਲਸ ਕੰਪਿਊਟਰ ਮੈਂ ਓਪਨ ਕੀਤੀਆਂ ਹੋਈਆਂ 10 ਫਾਈਲਸ, ਤਾਂ ਕੰਪਿਊਟਰ ਨੇ ਉਹ ਟੈਂਪਰੇਰੀ ਰੈਮ ਦੇ ਥਰੂ ਓਪਨ ਕਰਨੀਆਂ ਹੈ, ਠੀਕ ਹੈ। ਹਾਰਡ ਡਿਸਕ ਤੋਂ ਪਹਿਲਾਂ ਡਾਟਾ ਰੈਮ 'ਚ ਜਾਏਗਾ ਅਤੇ ਫਿਰ ਉਹ ਮੇਰੀ ਸਕਰੀਨ 'ਤੇ ਡਿਸਪਲੇ ਹੋ ਜਾਏਗਾ। ਅਤੇ ਮੈਂ ਜਿੰਨਾ ਮਰਜ਼ੀ ਸਪੀਡ ਦੇ ਨਾਲ ਕੰਮ ਕਰਾਂ, ਜਿੰਨਾ ਮਰਜ਼ੀ ਕੁਛ ਕੱਟ ਪੇਸਟ ਡਿਲੀਟ, ਕੁਛ ਐਂਟਰ, ਕੁਛ ਟੇਬਲ ਇੰਸਰਸ਼ਨ, ਕੋਈ ਪਿਕਚਰ ਇੰਸਰਸ਼ਨ, ਫਿਰ ਕੁਛ ਡਿਲੀਸ਼ਨ, ਮਤਲਬ ਐਟ ਅ ਟਾਈਮ 10 ਫਾਈਲਾਂ 'ਚ ਵੀ ਮੈਂ ਫਟਾਫਟ ਨਾਲ ਦੀ ਨਾਲ ਕਰਾਂ, ਤਾਂ ਉਹ ਰੈਮ ਹੈ ਜਿਹੜੀ, ਰੈਮ ਇਜ਼ ਅ ਫਾਸਟ ਸਪੀਡ ਮੈਮਰੀ, ਬਟ ਕਿ ਟੈਂਪਰੇਰੀ ਡਾਟਾ ਸਟੋਰ ਹੁੰਦਾ। ਜਿੰਨੇ ਟਾਈਮ ਦੇ ਲਈ ਮੈਂ ਕੰਮ ਕਰ ਰਹੀ ਹਾਂ ਕੰਪਿਊਟਰ ਦੇ ਉੱਪਰ, ਸਿਰਫ ਓਨੇ ਟਾਈਮ ਦੇ ਲਈ ਹੀ ਜਿਹੜੀ ਫਾਈਲਸ ਹੈ ਉਹ ਰੈਮ ਦੇ ਥਰੂ ਓਪਨ ਹੁੰਦੀ ਹੈ। ਦੈਟਸ ਵਾਈ ਅਸੀਂ ਰੈਮ ਦੀ ਜਿਹੜੀ ਹੁਣ ਕੈਪੈਸਿਟੀ ਉਹ ਇਨਕਰੀਜ਼ ਕਰਦੇ ਹਾਂ ਫੋਨਾਂ ਦੇ ਵਿੱਚ, ਫੋਨਸ ਦੇ ਵਿੱਚ, ਮੋਬਾਈਲ ਫੋਨ ਦੇ ਵਿੱਚ ਐਂਡ ਕੰਪਿਊਟਰ ਦੇ ਵਿੱਚ, ਸੋ ਦੈਟ ਸਾਡਾ ਸਿਸਟਮ ਹੈਂਗ ਨਾ ਹੋਵੇ, ਚਾਹੇ ਮੈਂ 10 ਫਾਈਲਾਂ ਖੋਲ੍ਹ ਲਵਾਂ। ਹੁਣ ਕੋਈ ਲੈਬਸ ਹੁੰਦੀਆਂ ਸਕੂਲ ਦੀਆਂ ਲੈਬ ਹੁੰਦੀਆਂ, ਕਾਲਜ ਦੀਆਂ ਲੈਬ, ਉੱਥੇ ਕੀ ਹੈ 4 GB ਰੈਮ ਹੁੰਦੀ ਹੈ, 2 GB ਰੈਮ ਹੁੰਦੀ ਹੈ, ਅਤੇ ਉਹੀ ਤੁਸੀਂ 2 ਫਾਈਲਾਂ ਖੋਲ੍ਹ ਲਓ ਅਤੇ ਉਹ ਹੈਂਗ ਹੋਣਾ ਸ਼ੁਰੂ ਹੋ ਜਾਂਦਾ, ਥੋੜ੍ਹਾ ਜਿਹਾ ਕੰਮ ਕਰ ਲਓ ਹੈਂਗ ਹੋ ਜਾਏਗਾ। ਸੋ ਆਈ ਹੋਪ ਯੂ ਆਰ ਅੰਡਰਸਟੈਂਡਿੰਗ ਵਟ ਇਜ਼ ਦਾ ਵਰਕਿੰਗ ਆਫ ਰੈਮ, ਠੀਕ ਹੈ। ਰੈਮ ਟੈਂਪਰੇਰੀ ਜਿਹੜੀ ਅਸੀਂ ਫਾਈਲਸ 'ਤੇ ਵਰਕ ਕਰ ਰਹੇ ਹਾਂ, ਟੈਂਪਰੇਰੀ ਜਿਹੜੀਆਂ ਫਾਈਲ 'ਤੇ ਅਸੀਂ ਵਰਕ ਕਰ ਰਹੇ ਹਾਂ, ਟੈਂਪਰੇਰੀ ਰੈਮ ਹੈ ਜਿਹੜਾ ਉਹਨਾਂ ਨੂੰ ਆਪਣੇ ਵਿੱਚ ਸਟੋਰ ਕਰਦਾ ਹੈ। ਅਤੇ ਜਦੋਂ ਅਸੀਂ ਫਾਈਲ 'ਤੇ ਵਰਕ ਕਰ ਹਟਦੇ ਹਾਂ, ਅਸੀਂ Ctrl+S ਪ੍ਰੈਸ ਕਰ ਲਈਦਾ ਹੈ, ਸੇਵ ਕਰ ਲਈਦੀ ਹੈ, ਤਾਂ ਵਾਪਸ ਉਹ ਹਾਰਡ ਡਿਸਕ 'ਚ ਹੀ ਸਟੋਰ ਹੁੰਦੀ ਹੈ। ਬਟ ਜਿੰਨੇ ਟਾਈਮ ਦੇ ਲਈ ਅਸੀਂ ਕੰਪਿਊਟਰ ਸਕਰੀਨ 'ਤੇ ਕੋਈ ਕੰਮ ਕਰ ਰਹੇ ਹਾਂ, ਸਾਨੂੰ ਕੋਈ ਫਾਈਲ ਕੰਪਿਊਟਰ ਦੇ ਉੱਪਰ ਨਜ਼ਰ ਆ ਰਹੀ ਹੈ, ਦੈਟ ਇਜ਼ ਬਾਏ ਦਾ ਰੈਮ, ਠੀਕ ਹੈ। ਅਤੇ ਹੁਣ ਜਿਹੜਾ ਤੁਹਾਡਾ ਰੋਮ ਹੈ ਉਹਦੇ 'ਚ ਕਿਆ ਹੁੰਦਾ ਹੈ? ਰੋਮ ਦੇ ਵਿੱਚ ਤੁਹਾਡਾ ਓਪਰੇਟਿੰਗ ਸਿਸਟਮ ਹੁੰਦਾ ਹੈ। ਓਪਰੇਟਿੰਗ ਸਿਸਟਮ ਲਈ ਵੀ ਕੋਈ ਜਗ੍ਹਾ ਚਾਹੀਦੀ ਹੈ, ਤਾਂ ਰੀਡ ਓਨਲੀ ਮੈਮਰੀ ਓਪਰੇਟਿੰਗ ਸਿਸਟਮ 'ਚ ਤੁਸੀਂ ਕੋਈ ਚੇਂਜਸ ਨਹੀਂ ਕਰ ਸਕਦੇ। ਬਹੁਤ ਰੇਅਰਲੀ ਹੈ, ਕੋਈ ਬਹੁਤ ਹੀ ਜ਼ਿਆਦਾ ਸਕਾਲਰ ਹੋਵੇ, ਪ੍ਰੋਗਰਾਮਰ ਹੋਵੇ, ਉਹ ਸ਼ਾਇਦ ਕਰ ਸਕਦਾ ਹੈ, ਬਟ ਇਸ ਲਈ ਰੀਡ ਓਨਲੀ ਮੈਮਰੀ ਹੈ ਉਹ, ਰੀਡ ਓਨਲੀ, ਵੀ ਕੈਨ ਓਨਲੀ ਰੀਡ, ਸੋ ਰੀਡ ਓਨਲੀ ਮੈਮਰੀ ਹੈ। ਤਾਂ ਓਪਰੇਟਿੰਗ ਸਿਸਟਮ ਹੈ ਜਿਹੜਾ, ਵਿੰਡੋਜ਼ ਪਈਆਂ ਜਿਹੜੀਆਂ, ਲਾਈਨੈਕਸ, ਯੂਨਿਕਸ, ਇਹ ਜਿਹੜਾ ਪ੍ਰੋਗਰਾਮ ਹੈ ਸਾਰਾ ਕੁਛ ਪਿਆ ਹੈ, ਕਿੱਥੇ ਪਿਆ ਹੈ? ਇਹ ਰੋਮ ਦੇ ਵਿੱਚ ਪਿਆ ਹੁੰਦਾ ਹੈ। ਜਦੋਂ ਕੰਪਿਊਟਰ ਆਪਾਂ ਔਨ ਕਰਦੇ ਹਾਂ, ਰੋਮ ਦੇ ਵਿੱਚੋਂ ਵੀ ਡਾਟਾ ਹੈ ਜਿਹੜਾ ਹੁਣ ਰੈਮ 'ਚ ਜਾਂਦਾ ਹੈ ਸਾਰਾ, ਮੈਂ ਤੁਹਾਨੂੰ ਦੱਸਿਆ ਹੈ, ਐਵਰੀਥਿੰਗ ਜਿਹੜੀ ਵੀ ਡਿਸਪਲੇ ਹੋਣੀ ਹੈ, ਕੁਛ ਵੀ ਚੱਲਣਾ ਤਾਂ ਰੈਮ 'ਚ ਚੱਲਦਾ। ਅਤੇ ਜਦੋਂ ਕੰਪਿਊਟਰ ਬੂਟ ਹੁੰਦਾ ਹੈ, ਜਿਹੜੀ ਵਿੰਡੋਜ਼ ਇੱਦਾਂ ਲੋਡਿੰਗ ਸ਼ੋ ਹੋ ਰਹੀ ਹੁੰਦੀ ਹੈ, ਲੋਡ ਹੋ ਰਹੀ ਵਿੰਡੋ, ਅਤੇ ਉਹ ਰੋਮ ਵਿੱਚੋਂ OS ਜਿਹੜਾ ਰੈਮ 'ਚ ਜਾ ਕੇ ਬੂਟਿੰਗ ਜਿਹਨੂੰ ਕਹਿੰਦੇ ਆ, ਬੂਟਿੰਗ ਰੈਮ 'ਚ ਫਿਰ ਹੁੰਦੀ ਹੈ। ਜਿਵੇਂ ਓਕੇ ਫਾਈਨ, ਨੈਕਸਟ ਕੰਸੈਪਟ ਇਜ਼ ਦਿਸ ਬੂਟਸ ਟਰੈਪ ਪ੍ਰੋਸੈਸ, ਇਹ ਤਾਂ ਚਲੋ ਤੁਸੀਂ ਨਹੀਂ ਕਰਨਾ, ਬਟ ਹਾਊ ਡਜ਼ ਐਨ ਓਪਰੇਟਿੰਗ ਸਿਸਟਮ ਲੋਡ ਇਟਸੈਲਫ, ਯੈਸ, ਠੀਕ ਹੈ। ਤਾਂ ਇਹ ਉਹਦੇ 'ਚ ਉਹੀ ਸਟੈਪ ਲਿਖੇ ਹੋਏ ਆ। ਓਪਰੇਟਿੰਗ ਸਿਸਟਮ ਹੈ ਜਿਹੜਾ, ਇਟ ਇਜ਼ ਆਲਰੇਡੀ ਪ੍ਰੈਜੈਂਟ ਇਨ ਰੋਮ, ਇਟ ਇਜ਼ ਪਰਮਾਨੈਂਟ ਐਂਡ ਇਮੀਡੀਏਟਲੀ ਐਕਸੈਸਿਬਲ ਐਂਡ ਡਿਫੀਕਲਟ ਟੂ ਅਪਡੇਟ, ਇਹਨੂੰ ਅਪਡੇਟ ਕਰਨਾ ਮੁਸ਼ਕਿਲ ਹੈ ਕਿਉਂਕਿ ਰੀਡ ਓਨਲੀ ਹੈ। ਇਟ ਇਜ਼ ਲੋਡਡ ਫਰੋਮ ਡਿਸਕ ਵੈਨ ਦਾ ਕੰਪਿਊਟਰ ਇਜ਼ ਟਰਨਡ ਔਨ, ਇਫ ਦਾ ਓਪਰੇਟਿੰਗ ਸਿਸਟਮ ਇਜ਼ ਆਲਰੇਡੀ, ਅੱਛਾ, ਕਈ ਛੋਟੇ ਸਿਸਟਮ ਹੁੰਦੇ ਆ, ਉਹਦੇ ਵਿੱਚ ਕਿਆ ਹੈ, ਹੁਣ ਰੋਮ ਦੇ ਵਿੱਚ ਮਤਲਬ ਜਸਟ ਤੁਹਾਡੇ ਲਈ ਕੰਸੈਪਟ ਹੈ ਇੱਕ ਸਮਝਣ ਦੇ ਲਈ ਸਿੰਪਲ, ਛੋਟੇ ਜਿਵੇਂ ਸਾਡੀਆਂ ਛੋਟੇ ਸਾਡੇ ਕੀ ਹੁੰਦੇ ਆ, ਵੀਡੀਓ ਗੇਮਸ ਹੁੰਦੀਆਂ ਜਿਹੜੀਆਂ ਅਸੀਂ ਖੇਡਦੇ ਹੁੰਦੇ ਆ, ਇੱਦਾਂ ਮੋਬਾਈਲਾਂ ਵਰਗੀਆਂ ਗੇਮਸ ਨਹੀਂ ਸੀ ਹੁੰਦੀਆਂ ਪਹਿਲੇ, ਇੱਦਾਂ ਟਿਕ ਉੱਪਰੋਂ ਆ ਰਹੇ ਆ, ਅਸੀਂ ਇੱਥੋਂ ਗਨ ਦੇ ਨਾਲ ਉਹ ਕਰ ਰਹੇ ਹਾਂ, ਮਤਲਬ ਉਹ ਵੀ ਇੱਕ ਬੈਕਐਂਡ ਦੇ ਓਪਰੇਟਿੰਗ ਸਿਸਟਮ ਹੀ ਕੰਮ ਕਰਦਾ। ਅਤੇ ਉਹਦੇ ਲਈ ਕਿਆ ਹੈ, ਇੱਦਾਂ ਲੋਡਿੰਗ ਵਗੈਰਾ ਨਹੀਂ ਚੱਲਦੀ, ਉਹ ਸਿੱਧਾ ਰੋਮ 'ਚੋਂ ਹੀ ਚੱਲ ਪੈਂਦੇ ਆ, ਠੀਕ ਹੈ। ਬਟ ਜਿਹੜੇ ਮੋਰ ਕੰਪਲੈਕਸ ਸਿਸਟਮ ਹੈ ਉਹਦੇ 'ਚ ਕਿਆ ਹੁੰਦਾ, ਦਾ ਓਪਰੇਟਿੰਗ ਸਿਸਟਮ ਇਜ਼ ਯੂਜ਼ਲੀ ਸਟੋਰਡ ਇਨ ਸੈਕੰਡਰੀ ਸੱਚ ਐਜ਼ ਡਿਸਕ ਐਂਡ ਇਜ਼ ਲੋਡਡ ਇਨ ਟੂ ਦਾ ਕੰਪਿਊਟਰ ਮੈਮਰੀ, ਤਾਂ ਉਹ ਜਿਹੜਾ ਕਿਆ ਹੈ ਕੰਪਿਊਟਰ ਮੈਮਰੀ ਦੇ ਵਿੱਚ ਲੋਡ ਹੁੰਦਾ ਹੈ, ਰੈਮ ਦੇ ਵਿੱਚ,
ਲੋਡ ਹੁੰਦਾ ਹੈ ਵੈਨ ਦਾ ਕੰਪਿਊਟਰ ਇਜ਼ ਪਾਵਰਡ ਔਨ, ਕਿਉਂਕਿ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਚੀਜ਼ਾਂ ਰੈਮ 'ਚ ਲੋਡ ਹੋ ਕੇ ਫਿਰ ਚੱਲਦੀਆਂ। ਸੋ ਬੂਟ ਸਟਰੈਪਿੰਗ ਦੇ ਵਿੱਚ ਕਿਆ ਹੁੰਦਾ ਹੈ, ਐਂਡ ਇਜ਼ ਲੋਡਡ ਇਨਟੂ ਦਾ ਕੰਪਿਊਟਰ ਮੈਮਰੀ ਰੈਮ ਵੈਨ ਦਾ ਕੰਪਿਊਟਰ ਇਜ਼ ਪਾਵਰਡ ਔਨ। Advantage of this type of system that changes to the operating system are easy to make the whatever। ਚਲੋ ਅੱਜ ਲਈ ਇੰਨਾ ਹੀ ਬਹੁਤ ਹੈ।